ਸਤਿ ਸ੍ਰੀ ਅਕਾਲ ਦੋਸਤੋ। ਅਸੀਂ ਪ੍ਰਾਚੀਨ ਭਾਰਤ ਦਾ ਇਤਿਹਾਸ ਪੜ੍ਹਦੇ ਪਏ ਸੀ। ਤਾਮਿਲਨਾਡੂ ਬੁੱਕ ਨੂੰ ਆਧਾਰ ਬਣਾ ਕੇ ਅਸੀਂ ਪ੍ਰਾਚੀਨ ਭਾਰਤ ਦਾ ਇਤਿਹਾਸ, ਏਸ਼ੀਅੰਟ ਹਿਸਟਰੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਤੇ ਹੁਣ ਅਸੀਂ NCERT ਦੇ ਵਿੱਚੋਂ ਮੈਟਰ ਚੱਕਾਂਗੇ। NCERT ਕਿਤਾਬਾਂ, ਇਹਨਾਂ ਵਿੱਚੋਂ ਕਾਫੀ ਪ੍ਰਸ਼ਨ ਪੁੱਛੇ ਜਾਂਦੇ ਆ। ਹਾਲਾਂਕਿ ਕ੍ਰੋਨੋਲੋਜੀ ਉਨੀ ਨਹੀਂ ਦਿੱਤੀ ਗਈ ਇਹ ਕਿਤਾਬਾਂ ਵਿੱਚ, ਪਰ ਹਾਂ ਕੁਐਸਚਨ ਇਹਨਾਂ ਤੋਂ ਬਣਦੇ ਆ। ਕੁਐਸਚਨ ਇਹਨਾਂ ਦੇ ਵਿੱਚ ਜਿਹੜੀਆਂ ਪਿਕਚਰਸ ਦਿੱਤੀਆਂ ਗਈਆਂ ਆ, ਬਾਕਸ ਦਿੱਤੇ ਗਏ ਆ, ਤੇ ਵੈਸੇ ਵੀ ਜੋ ਦੱਸਿਆ ਗਿਆ ਉਹਦੇ ਵਿੱਚ ਉੱਤੋਂ ਪ੍ਰਸ਼ਨ ਬਣਦੇ ਆ UPSC ਦੇ। ਪੜ੍ਹਦੇ ਹਾਂ ਜੀ ਅਸੀਂ। ਪਹਿਲੀ ਸਾਡੀ ਕਿਤਾਬ ਹੈ ਜੀ ਸਾਡਾ ਇਤਿਹਾਸ, ਆਵਰ ਪਾਸਟ, ਪਾਰਟ 1, ਕਲਾਸ 6ਵੀਂ, NCERT ਦੀ ਕਿਤਾਬ ਆ। ਇੰਟਰਸਟਿੰਗ ਬੁੱਕ ਆ, ਤੁਸੀਂ ਖੁਦ ਵੀ ਸਾਰੇ ਪੜ੍ਹ ਸਕਦੇ ਆ, ਪਰ ਇਹ ਹਿੰਦੀ ਤੇ ਅੰਗਰੇਜ਼ੀ ਵਿੱਚ ਉਪਲਬਧ ਆ, ਪੰਜਾਬੀ ਵਿੱਚ ਨਹੀਂ। ਮੈਂ ਕੋਸ਼ਿਸ਼ ਕੀਤੀ ਹੈ ਕਿ ਇਸ ਨੂੰ ਆਧਾਰ ਬਣਾ ਕੇ ਪੰਜਾਬੀ ਵਿੱਚ ਮੈਟਰ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ। ਦੇਖਦੇ ਹਾਂ ਜੀ। ਪਹਿਲਾਂ ਗੱਲ ਆਉਂਦੀ ਹੈ ਜੀ ਕਿ ਦੇਖੋ, ਜਨਤਾ ਜਿਹੜੀ ਆ, ਆਮ ਜਨਤਾ, ਉਹ ਪਲਾਇਨ ਕਰਦੀ ਆ। ਉਹ ਇੱਕ ਥਾਂ ਤੋਂ ਦੂਜੇ ਥਾਂ ਜਾਂਦੀ ਆ, ਮਾਈਗ੍ਰੇਸ਼ਨ ਹੁੰਦਾ ਆ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਸਾਡੇ ਇੱਥੇ ਸਿੰਧੂ ਘਾਟੀ ਦੇ ਲੋਕ ਵੱਸਦੇ ਸੀ, ਫਿਰ ਆਰੀਅਨ ਲੋਕ ਆਏ, ਠੀਕ, ਫਿਰ ਹੋਰ ਲੋਕ ਵੀ ਆਉਂਦੇ ਰਹੇ, ਫਿਰ ਆਪਸ ਵਿੱਚ ਇਹਨਾਂ ਦਾ ਇੰਟਰਮਿਕਸਿੰਗ ਹੋਈ ਕਿਤੇ ਭਾਰਤ ਦੀ ਧਰਤੀ ਤੇ। ਹੁਣ ਗੱਲ ਉੱਠਦੀ ਆ ਕਿ ਲੋਕ ਇੱਕ ਥਾਂ ਤੋਂ ਦੂਜੇ ਥਾਂ ਕਿਉਂ ਜਾਂਦੇ ਆ। ਉਹਦੇ ਮੇਨ ਕਾਰਨ ਤੁਹਾਨੂੰ ਪਤਾ ਹੋਣੇ ਚਾਹੀਦੇ ਆ, ਠੀਕ। ਪੜ੍ਹਨ ਤੋਂ ਪਹਿਲਾਂ ਨਾ ਥੋੜ੍ਹਾ ਆਪਣਾ ਦਿਮਾਗ ਲਾਈਏ, ਜਿਹੜਾ ਸੋਚ ਕੇ ਦੇਖੀਏ ਕਿਉਂ ਜਾਂਦੇ ਆ। ਇੱਕ ਤਾਂ ਸਿੰਪਲ ਜੀ ਗੱਲ ਹੈ ਜੀ, ਜੇ ਸਾਡੇ ਏਰੀਏ ਵਿੱਚ ਰੋਟੀ ਪਾਣੀ ਨਹੀਂ ਮਿਲਦਾ ਪਿਆ, ਫੂਡ ਨਹੀਂ ਮਿਲਦਾ ਪਿਆ, ਤਾਂ ਲੋਕੀ ਜਾਂਦੇ ਦੂਜੀ ਥਾਂ ਤੇ। ਕਈ ਲੋਕ ਆਪਣਾ ਅਧਿਕਾਰ ਖੇਤਰ ਵਧਾਉਣਾ ਚਾਹੁੰਦੇ ਆ, ਹਮਲਾ ਕਰਦੇ ਆ, ਤਾਂ ਦੂਜੀ ਥਾਂ ਤੇ ਜਾਂਦੇ ਆ। ਕਈ ਵਾਰ ਜਿੱਥੇ ਅਸੀਂ ਰਹਿੰਦੇ ਆ ਉੱਥੇ ਕੁਛ ਕੁਦਰਤੀ ਆਪਦਾ ਆ ਗਈ, ਭੂਚਾਲ ਆ ਗਿਆ, ਹੜ੍ਹ ਆ ਗਿਆ, ਸੋਕਾ ਪੈ ਗਿਆ, ਤੇ ਫਿਰ ਲੋਕੀ ਕਰਦੇ ਦੂਜੀ ਥਾਂ ਚਲ ਜਾਂਦੇ ਆ। ਕਈ ਵਾਰ ਕੁਛ ਲੋਕ ਧਰਮ ਦਾ ਪ੍ਰਚਾਰ ਕਰਨ ਲਈ ਦੂਜੀ ਥਾਂ ਜਾਂਦੇ ਆ, ਤੇ ਕਈ ਵਾਰ ਕੁਛ ਰਿਸਰਚਰ, ਖੋਜੀ ਬੰਦੇ ਦੂਜੀ ਦੇਸ਼ ਦੀ ਧਰਤੀਆਂ ਬਾਰੇ ਜਾਣਨ ਲਈ ਉੱਥੇ ਜਾਂਦੇ ਆ। ਇਸ ਤਰ੍ਹਾਂ ਦੇ ਕੁਛ ਕਾਰਨ ਆ। ਇਹ 4-5 ਕਾਰਨ ਤੁਹਾਨੂੰ ਪਤਾ ਹੋਣੇ ਚਾਹੀਦੇ ਆ, ਤਾਂ ਮਾਈਗ੍ਰੇਸ਼ਨ ਦੇ ਉੱਤੇ ਪ੍ਰਸ਼ਨ ਆ ਜਾਏ ਤਾਂ ਇਹ ਕਾਰਨ ਉਸੇ ਵੇਲੇ ਲਿਖ ਦੇਣੇ। ਕੀ ਕਾਰਨ ਹੈ ਜੀ? ਰੋਜੀ ਰੋਟੀ ਦੀ ਭਾਲ ਵਿੱਚ, ਹੜ੍ਹ ਜਾਂ ਸੋਕੇ ਵਰਗੀਆਂ ਕੁਦਰਤੀ ਆਫਤਾਂ ਤੋਂ ਬਚਣ ਲਈ, ਦੂਸਰੇ ਮੁਲਕਾਂ ਤੇ ਹਮਲਾ ਕਰਨਾ, ਵਪਾਰੀ, ਇਹ ਅਸੀਂ ਭੁੱਲ ਗਏ ਸੀ, ਵਪਾਰੀ ਕੀਮਤੀ ਸਮਾਨ ਨੂੰ ਇੱਕ ਥਾਂ ਤੋਂ ਦੂਜੇ ਥਾਂ ਲੈ ਕੇ ਜਾ ਕੇ ਵੇਚਦੇ ਆ। ਵਪਾਰੀ ਇਹ ਕੀਮਤੀ ਸਮਾਨ ਨੂੰ ਥਾਂ ਲੈ ਕੇ ਜਾਂਦੇ ਹਨ। ਅਤੇ ਧਾਰਮਿਕ ਲੋਕ, ਇਹ ਤੁਰ ਕੇ ਧਾਰਮਿਕ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਸਨ, ਠੀਕ ਹੈ ਜੀ। ਤੇ ਕੁਝ ਹੁੰਦੇ ਸਾਡੇ ਰਿਸਰਚਰ। ਇਹ ਰਿਸਰਚਰ ਕੀ ਕਰਦੇ ਆ? ਦੂਸਰੇ ਮੁਲਕਾਂ ਨੂੰ ਜਾਣਨ ਦੀ ਇੱਛਾ ਨਾਲ ਖੋਜ ਕਰਨ ਲਈ ਵੀ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਸਨ। ਇਹ ਸੀ ਮੇਨ ਕਾਰਨ। ਹੁਣ ਜਦੋਂ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਆ ਤਾਂ ਕੀ ਹੁੰਦਾ ਆ? ਉਹਨਾਂ ਦਾ ਸੱਭਿਆਚਾਰ ਦਾ, ਭਾਸ਼ਾ ਦਾ, ਰੀਤੀ ਰਿਵਾਜਾਂ ਦਾ ਆਦਾਨ ਪ੍ਰਦਾਨ ਹੁੰਦਾ, ਇੱਕ ਦੂਸਰੇ ਤੋਂ ਉਹ ਪ੍ਰਭਾਵਿਤ ਹੁੰਦੇ ਆ। ਇਹਨਾਂ ਸਭ ਨਾਲ ਲੋਕਾਂ ਵਿਚਕਾਰ ਵਿਚਾਰਾਂ ਦਾ ਕੀ ਆ? ਆਦਾਨ ਪ੍ਰਦਾਨ ਵੀ ਹੁੰਦਾ ਹੈ। ਇੱਥੇ ਹੈ ਜੀ ਆਦਾਨ ਪ੍ਰਦਾਨ ਹੁੰਦਾ ਹੈ, ਮਤਲਬ ਦਿੰਦੇ ਵੀ ਆ ਵਿਚਾਰ ਤੇ ਲੈਂਦੇ ਵੀ ਆ, ਠੀਕ ਹੈ ਜੀ। ਵਿਚਾਰਾਂ ਦਾ ਆਦਾਨ ਪ੍ਰਦਾਨ ਹੋਇਆ। ਹਜ਼ਾਰਾਂ ਸਾਲਾਂ ਦੇ ਇਹਨਾਂ ਆਉਣ ਜਾਣ ਕਰਕੇ ਸਾਡਾ ਸੱਭਿਆਚਾਰ ਵੀ ਨਿਖਰਿਆ। ਸਾਡਾ ਸੱਭਿਆਚਾਰ, ਐਗਜ਼ਾਮਪਲ ਦੇਖੋ ਜੀ, ਉਦਾਹਰਨ ਦੇਖ ਲੈਂਦੇ ਹਾਂ। ਜਿਸ ਤਰ੍ਹਾਂ ਸਾਡੇ ਇੱਥੇ ਕੁੜਤਾ ਪਜਾਮਾ ਆ, ਖਾਸ ਤੌਰ 'ਤੇ ਪਜਾਮਾ, ਇਹ ਮੁਸਲਿਮ ਵਰਲਡ ਉੱਧਰਲੇ ਏਰੀਏ ਨਾਲ ਸੰਬੰਧਿਤ ਪਹਿਰਾਵਾ ਆ, ਅਤੇ ਹੁਣ ਅਸੀਂ ਵੀ ਪਾਉਂਦੇ ਹਾਂ ਪਜਾਮਾ। ਅਤੇ ਇਸ ਤੋਂ ਇਲਾਵਾ ਘੁੰਡ ਕੱਢਣਾ, ਸ਼ੇਹਰਾਬੰਦੀ, ਇਹ ਵੀ ਦੂਸਰੇ ਏਰੀਏ ਤੋਂ ਲਏ ਗਏ ਸੱਭਿਆਚਾਰਕ ਅੰਸ਼ ਆ। ਪੱਥਰ 'ਤੇ ਨਕਾਸ਼ੀ, ਇਸ ਦੇ ਨਵੇਂ ਤਰੀਕੇ ਅਸੀਂ ਪਹਿਲੇ ਲੈਕਚਰ 'ਚ ਪੜ੍ਹਿਆ ਸੀ ਕਿ ਪੱਥਰ 'ਤੇ ਨਕਾਸ਼ੀ ਕਰਨਾ ਅਸੀਂ ਖਾਸ ਤੌਰ 'ਤੇ ਯੂਨਾਨੀਆਂ ਤੋਂ ਇੱਧਰੋਂ ਸਿੱਖਿਆ। ਇੱਧਰੋਂ ਇਹ ਕਲਾ ਆਈ ਭਾਰਤ ਵਿੱਚ। ਅਤੇ ਸੰਗੀਤ ਤਿਆਰ ਕਰਨ ਦੀਆਂ ਨਵੀਆਂ ਵਿਧੀਆਂ ਸਿੱਖਦੇ ਬੰਦੇ ਇੱਕ ਦੂਸਰੇ ਕੋਲੋਂ। ਇੱਥੋਂ ਤੱਕ ਕਿ ਖਾਣਾ ਪਕਾਉਣ ਦੇ ਵੀ ਨਵੇਂ ਤਰੀਕੇ ਸਿੱਖੇ ਗਏ, ਠੀਕ ਹੈ ਜੀ। ਸਾਡਾ ਸੱਭਿਆਚਾਰ ਨਿਖਰ ਗਿਆ। ਹੁਣ ਅੱਗੇ ਗੱਲ ਆਉਂਦੀ ਜੀ, ਇੱਕ ਇੰਪੋਰਟੈਂਟ ਪੁਆਇੰਟ ਆ ਸਾਡੇ ਦੇਸ਼ ਦਾ ਨਾਂ। ਆਰਟੀਕਲ 1, ਸੰਵਿਧਾਨ ਦਾ ਆਰਟੀਕਲ 1 ਕਹਿੰਦਾ ਆ ਇੰਡੀਆ ਦੈਟ ਇਜ਼ ਭਾਰਤ, ਮਤਲਬ ਸਾਡੇ ਦੇਸ਼ ਦੇ ਦੋ ਨਾਂ ਆ। ਇੰਡੀਆ ਵੀ ਕਿਹਾ ਗਿਆ ਆ ਸੰਵਿਧਾਨ ਵਿੱਚ, ਅਤੇ ਭਾਰਤ ਵੀ ਕਿਹਾ ਗਿਆ ਹੈ। ਅਸੀਂ ਸੰਵਿਧਾਨ ਐਂਗਲ ਤੋਂ ਨਹੀਂ ਗੱਲ ਕਰਾਂਗੇ, ਹਿਸਟੋਰੀਕਲ ਐਂਗਲ ਤੋਂ ਗੱਲ ਕਰਦੇ ਹਾਂ। ਅਸੀਂ ਅਕਸਰ ਆਪਣੇ ਦੇਸ਼ ਲਈ ਦੋ ਸ਼ਬਦ ਵਰਤਦੇ ਹਾਂ, ਉਹ ਕਿਹੜੇ? ਇੰਡੀਆ ਅਤੇ ਭਾਰਤ। ਇੰਡੀਆ, ਹੁਣ ਜਿਹੜਾ ਇੰਡੀਆ ਨਾ,
ਇਹ ਬਣਿਆ ਜੀ ਸਿੰਧੂ ਨਦੀ ਤੋਂ। ਇੰਡੀਆ ਬਣਿਆ ਸਿੰਧੂ ਨਦੀ ਤੋਂ। ਥੋੜਾ ਅਸੀਂ ਮੈਪ ਤੋਂ ਸਮਝੀਏ, ਅਸਲ 'ਚ ਕੀ ਸੀ ਪਹਿਲਾਂ ਨਾ ਪੁਰਾਣੇ ਜ਼ਮਾਨੇ 'ਚ ਸੀ ਗਰੀਸ ਹੈ ਨਾ, ਅੱਜ ਦੇ ਸਮੇਂ 'ਚ ਗਰੀਸ ਇਹਨੂੰ ਕਹਿ ਦਿੰਦੇ ਆ, ਪਰ ਪੁਰਾਣੇ ਜ਼ਮਾਨੇ 'ਚ ਗ੍ਰੀਕੀਆਂ ਦਾ ਕਾਫੀ ਵੱਡੇ ਹਿੱਸੇ 'ਤੇ ਕਬਜ਼ਾ ਸੀ, ਕਾਫੀ ਵੱਡੇ ਹਿੱਸੇ 'ਤੇ। ਉਸ ਹਿਸਾਬ ਨਾਲ ਇੱਥੇ ਸੀ ਈਰਾਨੀ, ਤਾਂ ਈਰਾਨੀਆਂ ਦਾ ਕਾਫੀ ਵੱਡੇ ਹਿੱਸੇ 'ਤੇ ਕਬਜ਼ਾ ਸੀ, ਅਤੇ ਗ੍ਰੀਕੀ ਅਤੇ ਈਰਾਨੀ ਆਪਸ 'ਚ ਕਾਫੀ ਇਹਨਾਂ ਦਾ ਸੰਘਰਸ਼ ਚੱਲਦਾ ਰਹਿੰਦਾ ਸੀ, ਯੂਨਾਨੀਆਂ ਦਾ ਅਤੇ ਈਰਾਨੀਆਂ ਦਾ। ਉਸ ਵੇਲੇ ਇਹਨੂੰ ਫਾਰਸੀ ਕਹਿੰਦੇ ਸੀ, ਫਾਰਸੀ, ਕਿਉਂਕਿ ਇੱਥੇ ਫਾਰਸੀ ਭਾਸ਼ਾ ਬੋਲੀ ਜਾਂਦੀ ਸੀ ਉਸ ਵੇਲੇ ਵੀ। ਫਾਰਸੀਆਂ ਤਾਂ ਗ੍ਰੀਕੀਆਂ ਦਾ, ਯੂਨਾਨੀਆਂ ਦਾ ਆਪਸ 'ਚ ਸੰਘਰਸ਼ ਚੱਲਦਾ ਸੀ। ਕਦੀ ਈਰਾਨੀ ਫਾਰਸੀ ਜ਼ਿਆਦਾ ਪ੍ਰਭਾਵੀ ਹੋ ਜਾਂਦੇ ਸੀ ਅਤੇ ਫਾਰਸੀ ਭਾਰਤ ਵੱਲ ਵੀ ਆਉਂਦੇ ਸੀ ਅਟੈਕ ਕਰਨ ਇੱਧਰ ਨੂੰ, ਠੀਕ ਹੈ ਜੀ। ਅਤੇ ਜਿਹੜਾ ਪੰਜਾਬ ਵਾਲਾ ਏਰੀਆ ਸੀ ਇਹਨੂੰ ਬਹੁਤ ਹੀ ਉਪਜਾਊ ਮੈਦਾਨ ਮੰਨਿਆ ਜਾਂਦਾ ਸੀ, ਹੁਣ ਵੀ ਆ। ਅਤੇ ਸਾਰੇ ਇਹਨਾਂ ਲੋਕਾਂ ਦੀ ਅੱਖ ਰਹਿੰਦੀ ਸੀ ਪੰਜਾਬ ਵੱਲ ਨੂੰ, ਭਾਰਤ ਵੱਲ ਨੂੰ। ਅਤੇ ਫਿਰ ਨਾ ਇਹ ਈਰਾਨੀ ਅਤੇ ਇਹ ਯੂਨਾਨੀ, ਇਹ ਲੋਕ ਜਦੋਂ ਭਾਰਤ ਵੱਲ ਆਉਂਦੇ ਸੀ ਤਾਂ ਵੈਸੇ ਵੀ ਇਹਨਾਂ ਨੇ ਆਪਣੀ ਜੋਗਰਾਫੀ ਦੇ ਹਿਸਾਬ ਨਾਲ, ਭੂਗੋਲ ਦੇ ਹਿਸਾਬ ਨਾਲ, ਇੱਥੇ ਜਿਹੜੀ ਸਿੰਧੂ ਨਦੀ ਵਗਦੀ ਆ, ਸਿੰਧੂ, ਇੱਥੇ ਭਾਰਤ ਦੇ ਉੱਤਰ ਪੱਛਮ ਵੱਲ ਸਿੰਧੂ ਨਦੀ ਵਗਦੀ ਆ, ਅਤੇ ਉਸ ਸਿੰਧੂ ਨਦੀ ਤੋਂ ਇਹਨਾਂ ਨੇ ਹੌਲੀ ਹੌਲੀ ਇੰਡਸ, ਅਤੇ ਇੰਡਸ ਤੋਂ ਫਿਰ ਇੰਡੀਆ ਨਾਮ ਬਣਾ ਲਿਆ। ਇਹ ਫਿਰ ਕੀ ਹੋਇਆ, ਫਾਰਸੀਆਂ ਅਤੇ ਯੂਨਾਨੀਆਂ ਦੁਆਰਾ ਦਿੱਤਾ ਗਿਆ ਨਾਮ ਆ ਜੀ ਇੰਡਸ। ਸਿੰਧੂ ਨਦੀ, ਸਿੰਧੂ ਨੂੰ ਇਹਨਾਂ ਨੇ ਇੰਡੂ ਕਿਹਾ, ਤਾਂ ਉੱਥੋਂ ਬਣ ਗਿਆ ਇੰਡਸ ਅਤੇ ਫਿਰ ਇੰਡੀਆ। ਤਾਂ ਕਹਿਣ ਦਾ ਭਾਵ ਆ ਵੀ ਜਿਹੜਾ ਇੰਡੀਆ ਨਾਮ ਆ ਉਹ ਫਾਰਸੀਆਂ ਅਤੇ ਯੂਨਾਨੀਆਂ ਨੇ, ਖਾਸ ਤੌਰ 'ਤੇ ਯੂਨਾਨੀਆਂ ਨੇ ਦਿੱਤਾ ਇਸ ਨਦੀ ਤੋਂ। ਇੱਧਰ ਵਾਲੇ ਏਰੀਏ ਨੂੰ ਉਹ ਕਹਿ ਦਿੰਦੇ ਸੀ ਕੀ ਆ, ਇੰਡਸ ਏਰੀਆ ਆ ਜੀ। ਸਿੰਧੂ ਨਦੀ ਕਰਕੇ ਨਾਮ ਪੈ ਗਿਆ ਇੰਡਸ, ਤਾਂ ਇੰਡਸ ਤੋਂ ਬਾਅਦ ਬਣ ਗਿਆ ਇੰਡੀਆ, ਠੀਕ ਹੈ ਜੀ। ਹੁਣ ਗੱਲ ਆਉਂਦੀ ਜੀ ਭਾਰਤ ਦੀ। ਜਿਹੜਾ ਭਾਰਤ ਆ ਨਾ ਉਹ ਆਪਣਾ ਰਿਗਵੇਦ ਵਿੱਚ ਮੈਂਸ਼ਨ ਕੀਤਾ ਗਿਆ ਆ ਵੀ ਇੱਥੇ ਉੱਤਰ ਪੱਛਮ ਵਿੱਚ ਜਿਹੜੇ ਵੱਸਦੇ ਲੋਕ ਆ ਨਾ ਉਹਨਾਂ ਨੂੰ ਕਹਿੰਦੇ ਭਾਰਤੀ ਲੋਕ। ਅਤੇ ਇਹਦਾ ਮਤਲਬ ਕਿ ਉਹ ਇਸ ਏਰੀਏ ਵਿੱਚ ਵੱਸਦੇ ਹੋਏ ਕਬੀਲੇ ਦੇ ਲੋਕਾਂ ਦਾ ਨਾਂ ਸੀ ਭਾਰਤੀ, ਠੀਕ ਹੈ ਜੀ। ਤਾਂ ਇਹ ਵੀ ਤੁਸੀਂ ਗੱਲ ਯਾਦ ਰੱਖਿਓ ਕਿ ਇਹ ਸਾਰੀਆਂ ਗੱਲਾਂ ਵਿੱਚ ਨਾ ਸਾਊਥ ਇੰਡੀਆ ਵਾਲਾ ਪੋਰਸ਼ਨ ਨਹੀਂ ਸੀ ਆਉਂਦਾ। ਇੱਥੇ ਕੱਬੇ ਜੰਗਲ ਸੀਗੇ, ਵਿੰਧਿਆਚਲ ਅਤੇ ਸਤਪੁੜਾ ਦੀ ਪਹਾੜੀਆਂ ਦੇ, ਅਤੇ ਸਾਊਥ ਵਾਲਾ ਇੰਡੀਆ ਹਿੱਸਾ ਨਹੀਂ ਆਉਂਦਾ ਸੀ ਭਾਰਤ ਵਿੱਚ, ਇੰਨਾ ਆਉਂਦਾ ਸੀ, ਠੀਕ ਹੈ ਜੀ। ਹੁਣ ਦੋ ਗੱਲਾਂ ਹੋਈਆਂ ਵੀ ਇੰਡੀਆ ਨਾਂ ਪਿਆ ਯੂਨਾਨੀਆਂ ਅਤੇ ਫਾਰਸੀਆਂ ਕਰਕੇ ਸਿੰਧੂ ਨਦੀ ਤੋਂ, ਅਤੇ ਭਾਰਤ ਸੀਗਾ ਇੱਥੋਂ ਦੇ ਵੱਸਦੇ ਇਲਾਕੇ ਦੇ ਕਬੀਲਿਆਂ ਦਾ, ਕਬੀਲੇ ਦੇ ਲੋਕਾਂ ਨੂੰ ਕਹਿੰਦੇ ਸੀ ਪੁਰਾਣੇ ਜ਼ਮਾਨੇ ਵਿੱਚ ਭਾਰਤ, ਅਤੇ ਫਿਰ ਕਬੀਲੇ ਤੋਂ ਹੀ ਇਸ ਏਰੀਏ ਦਾ ਨਾਮ ਪੈ ਗਿਆ ਭਾਰਤ। ਇਹ ਦੋ ਗੱਲਾਂ ਹੋਈਆਂ, ਇਹਨੂੰ ਅਸੀਂ ਪੜ੍ਹ ਲੈਂਦੇ ਜੀ। ਇੰਡੀਆ ਸ਼ਬਦ ਇੰਡਸ ਤੋਂ ਆਇਆ ਹੈ, ਜਿਸ ਨੂੰ ਸੰਸਕ੍ਰਿਤ ਵਿੱਚ ਸਿੰਧੂ ਕਿਹਾ ਜਾਂਦਾ ਹੈ। ਅਸੀਂ ਸਿੰਧੂ ਕਹਿੰਦੇ ਸੀ, ਉਹਨਾਂ ਨੇ ਇੰਡਸ ਕਹਿ ਤਾ। ਈਰਾਨੀ ਅਤੇ ਯੂਨਾਨੀ ਜੋ ਲਗਭਗ 2500 ਸਾਲ ਪਹਿਲਾਂ ਉੱਤਰ ਪੱਛਮ ਰਾਹੀਂ ਭਾਰਤ ਆਏ ਸੀ, ਇਸ ਸਿੰਧੂ ਦਰਿਆ ਹਿੰਦੋਸ ਜਾਂ ਇੰਡੋਸ ਕਹਿੰਦੇ ਸੀ। ਇਸ ਸਿੰਧੂ ਦਰਿਆ ਨੂੰ ਉਹ ਹਿੰਦੋਸ ਜਾਂ ਇੰਡੋਸ ਕਹਿੰਦੇ ਸੀ, ਅਤੇ ਸਿੰਧੂ ਦਰਿਆ ਦੇ ਪੂਰਬ ਵੱਲ ਦੇ ਇਲਾਕੇ ਨੂੰ ਇੰਡੀਆ ਕਿਹਾ ਜਾਂਦਾ ਸੀ, ਠੀਕ ਹੈ ਜੀ। ਇਹ ਹੋ ਗਈ ਇੰਡੀਆ ਦੀ ਗੱਲ। ਭਾਰਤ ਨਾਮ ਉੱਤਰ ਪੱਛਮ ਵਿੱਚ ਰਹਿੰਦੇ ਲੋਕਾਂ ਦੇ ਇੱਕ ਸਮੂਹ ਲਈ ਵਰਤਿਆ ਜਾਂਦਾ ਸੀ, ਅਤੇ ਜਿਨ੍ਹਾਂ ਦਾ ਜ਼ਿਕਰ ਰਿਗਵੇਦ ਵਿੱਚ ਵੀ ਕੀਤਾ ਗਿਆ ਹੈ। ਭਾਰਤ ਇਸ ਇਲਾਕੇ ਵਿੱਚ ਵੱਸਦੇ ਲੋਕਾਂ ਦੇ ਸਮੂਹ ਲਈ ਸ਼ਬਦ ਆ। ਰਿਗਵੇਦ ਸੰਸਕ੍ਰਿਤ ਵਿੱਚ ਸਭ ਤੋਂ ਪੁਰਾਣੀ ਰਚਨਾ ਹੈ, ਜਾਂ ਪੁਰਾਣੀ ਰਚਨਾ ਮੰਨੀ ਜਾਂਦੀ ਹੈ, ਜੋ ਕਿ ਲਗਭਗ 3500 ਸਾਲ ਪਹਿਲਾਂ ਲਿਖੀ ਗਈ ਹੈ। ਬਾਅਦ ਵਿੱਚ ਭਾਰਤ ਸ਼ਬਦ ਨੂੰ ਦੇਸ਼ ਲਈ ਵਰਤਿਆ ਗਿਆ। ਪਹਿਲਾਂ ਇਹ ਇਲਾਕੇ ਦੇ ਲੋਕਾਂ ਦਾ ਨਾਂ ਸੀ, ਲੋਕਾਂ ਨੂੰ ਕਹਿੰਦੇ ਸੀ, ਬਾਅਦ ਵਿੱਚ ਪੂਰੇ ਦੇਸ਼ ਲਈ ਵਰਤਿਆ ਗਿਆ। ਤੁਹਾਨੂੰ ਪ੍ਰਸ਼ਨ ਆ ਜਾਣਾ ਭਾਰਤ ਨਾਂ ਕਿੱਥੋਂ ਲਿਆ ਗਿਆ ਹੈ? ਰਿਗਵੇਦ ਤੋਂ, ਯੂਨਾਨੀਆਂ ਤੋਂ, ਫਾਰਸੀਆਂ ਤੋਂ, ਹੈ ਨਾ, ਜਾਂ ਸਿੰਧੂ ਨਦੀ ਤੋਂ। ਇਹ ਲਿਆ ਗਿਆ ਜੀ ਰਿਗਵੇਦ ਤੋਂ। ਤੁਹਾਨੂੰ ਨਾਮ ਆ ਜਾਣਾ ਇੰਡੀਆ ਨਾਮ ਕਿੱਥੋਂ ਲਿਆ ਗਿਆ ਹੈ? ਤੁਹਾਨੂੰ ਇਹ ਪ੍ਰਸ਼ਨ ਆ ਜਾਣਾ ਇੰਡੀਆ ਨਾਮ ਕਿੱਥੋਂ ਆਇਆ? ਯੂਨਾਨੀਆਂ ਤੋਂ, ਹੈ ਨਾ, ਜਾਂ ਰਿਗਵੇਦ ਤੋਂ, ਵੇਦਾਂ ਤੋਂ। ਇਸ ਤਰ੍ਹਾਂ 3-4 ਆਪਸ਼ਨ ਦਿੱਤੇ ਹੋਣੇ ਆ, ਉਹ ਆ ਜੀ ਯੂਨਾਨੀਆਂ ਤੋਂ। ਇਹ ਆਇਆ ਜੀ ਇੰਡੀਆ ਨਾਮ। ਇਹਨੂੰ ਪੜ੍ਹ ਲਿਓ ਜੀ, ਤੁਸੀਂ ਸਮਝ ਲਿਓ। ਹੁਣ ਗੱਲ ਆਉਂਦੀ ਜੀ ਹਿਸਟਰੀ ਬਾਰੇ, ਅਤੀਤ ਬਾਰੇ ਪਤਾ ਲਗਾਉਣਾ। ਜਿਹੜਾ ਸਮਾਂ ਬੀਤ ਗਿਆ ਉਸ ਬਾਰੇ ਅਸੀਂ ਕਿਸ ਤਰ੍ਹਾਂ ਇਨਫੋਰਮੇਸ਼ਨ ਗੇਨ ਕਰਦੇ ਹਾਂ। ਇਹ ਪ੍ਰਸ਼ਨ ਵੀ ਆਇਆ ਹੋਇਆ ਆ UPSC ਮੇਨਸ ਵਿੱਚ, ਵੀ ਹਿਸਟਰੀ ਨੂੰ ਟਰੇਸ ਕਰਨ ਲਈ, ਹਿਸਟਰੀ ਬਾਰੇ ਪਤਾ ਲਗਾਉਣ ਲਈ ਕਿਹੜੇ ਮੈਥਡ ਵਰਤੇ ਜਾਂਦੇ ਆ। ਤਾਂ ਤੁਸੀਂ ਸੋਚ ਕੇ ਦੇਖਿਓ। ਪਹਿਲਾਂ ਦੇਖੋ ਲਿਖਤਾਂ ਇੰਨੀਆਂ ਨਹੀਂ ਸੀ ਹੁੰਦੀਆਂ, ਪਹਿਲਾਂ ਹਿਸਟਰੀ ਲਿਖੀ ਨਹੀਂ ਸੀ ਜਾਂਦੀ, ਇਸ ਲਈ ਸਭ ਤੋਂ ਇੰਪੋਰਟੈਂਟ ਸੋਰਸ ਕੀ ਹੋ ਗਿਆ? ਉਸ ਟਾਈਮ ਦੇ ਅਵਸ਼ੇਸ਼, ਉਸ ਟਾਈਮ ਦੀਆਂ ਹੱਡੀਆਂ, ਉੱਥੋਂ ਦੇ ਪੱਥਰ, ਜੋ ਉਹਨਾਂ ਨੇ ਉੱਥੇ ਪੱਥਰਾਂ ਦੇ ਔਜ਼ਾਰ ਬਣਾਏ,
ਉਹਨਾਂ ਦੇ ਕੁਛ ਜਿਹੜੇ ਆਪਣੇ ਮਣਕੇ, ਬੀਡਸ, ਉਹਨਾਂ ਦੀਆਂ ਮੋਹਰਾਂ, ਇਹ ਸਭ ਪੜ੍ਹ ਕੇ ਅਸੀਂ ਹਿਸਟਰੀ ਬਾਰੇ ਪਤਾ ਕਰਦੇ ਹਾਂ। ਦੂਸਰਾ ਜੀ ਕਿ ਉਸ ਸਮੇਂ ਜੋ ਉਹਨਾਂ ਨੇ ਪੇਂਟਿੰਗਾਂ ਕੀਤੀਆਂ, ਕਲਾਕ੍ਰਿਤੀਆਂ ਕੀਤੀਆਂ ਗੁਫਾਵਾਂ ਵਿੱਚ, ਜਾਂ ਸ਼ਿਲਾਲੇਖ ਕਿਸ ਤਰ੍ਹਾਂ ਦੇ ਬਣਾਏ ਉਹਨਾਂ ਨੇ। ਸ਼ਿਲਾਲੇਖ ਹੁੰਦਾ ਜੀ ਹਾਰਡ ਸਰਫੇਸ 'ਤੇ, ਜਿਸ ਤਰ੍ਹਾਂ ਪੱਥਰ ਦੇ ਉੱਤੇ ਅੱਖਰ ਉਕੇਰਨੇ। ਸ਼ਿਲਾਲੇਖ ਦੇ ਉੱਤੇ ਕਿਸ ਤਰ੍ਹਾਂ ਦੇ ਡਿਜ਼ਾਇਨ ਬਣਾਏ, ਕਿਸ ਤਰ੍ਹਾਂ ਦੇ ਅੱਖਰ ਲਿਖੇ, ਉਹਨਾਂ ਨੂੰ ਪੜ੍ਹ ਕੇ ਅਸੀਂ ਖੋਜ ਕਰਦੇ ਹਾਂ। ਫਿਰ ਬਾਅਦ ਵਿੱਚ ਹੱਥ ਲਿਖਤਾਂ, ਜਿਹਨੂੰ ਕਹਿੰਦੇ ਮਨੂਸਕ੍ਰਿਪਟ। ਮਨੂ ਮਤਲਬ ਹੱਥ, ਲੈਟਿਨ ਵਿੱਚ, ਲਤਾਨੀ ਵਿੱਚ ਮਨੂ ਦਾ ਮਤਲਬ ਹੁੰਦਾ ਹੱਥ, ਤਾਂ ਮਨੂਸਕ੍ਰਿਪਟ ਮਤਲਬ ਹੱਥ ਲਿਖਤਾਂ, ਸਕ੍ਰਿਪਟ ਮਤਲਬ ਲਿਖਤਾਂ। ਤੇ ਉਹਨਾਂ ਨੂੰ ਪੜ੍ਹ ਕੇ ਵੀ ਅਸੀਂ ਦੇਖਦੇ ਹਾਂ ਜੀ ਵੀ ਉਸ ਸਮੇਂ ਵਿੱਚ ਕੀ ਕੀ ਹੁੰਦਾ ਹੋਏਗਾ। ਇਹ ਸਾਰੀਆਂ ਗੱਲਾਂ ਹੈ। ਤੇ ਕਾਰਬਨ ਡੇਟਿੰਗ ਵੀ ਕਰਦੇ ਹਾਂ, ਹੋਰ ਵਿਗਿਆਨਿਕ ਤਕਨੀਕਾਂ ਵੀ ਹੈ ਸਾਡੇ ਕੋਲ, ਇਹ ਸਾਰੀਆਂ ਗੱਲਾਂ ਆਉਂਦੀਆਂ। ਹੁਣ ਅਸੀਂ ਇਹਨਾਂ ਨੂੰ ਥੋੜ੍ਹਾ ਪੜ੍ਹਦੇ ਹਾਂ। ਬੀਤੇ ਸਮੇਂ ਬਾਰੇ ਪਤਾ ਲਗਾਉਣ ਦੇ ਕਈ ਤਰੀਕੇ ਹਨ। ਇੱਕ ਹੈ ਉਹਨਾਂ ਕਿਤਾਬਾਂ ਜਾਂ ਲਿਖਤਾਂ ਦੀ ਖੋਜ ਕਰਨਾ ਅਤੇ ਉਹਨਾਂ ਨੂੰ ਪੜ੍ਹਨਾ ਜੋ ਕਿ ਬਹੁਤ ਪਹਿਲਾਂ ਲਿਖੀਆਂ ਗਈਆਂ ਸਨ। ਇਹਨਾਂ ਹੱਥ ਲਿਖਤਾਂ ਨੂੰ ਮਨੂਸਕ੍ਰਿਪਟ ਵੀ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿੱਚ ਕਹਿੰਦੇ ਮਨੂ ਮਤਲਬ ਹੈਂਡ, ਸਕ੍ਰਿਪਟ ਮਤਲਬ ਲਿਖਣਾ, ਹੱਥ ਨਾਲ ਲਿਖਣਾ। ਅੰਗਰੇਜ਼ੀ ਵਿੱਚ ਕਹਿੰਦੇ ਆ ਮਨੂਸਕ੍ਰਿਪਟ, ਹੱਥ ਲਿਖਤਾਂ, ਹੱਥਾਂ ਨਾਲ ਲਿਖੀਆਂ ਹੋਈਆਂ ਗੱਲਾਂ, ਮਨੂਸਕ੍ਰਿਪਟ। ਕਿਉਂਕਿ ਉਹ ਹੱਥ ਨਾਲ ਲਿਖੇ ਗਏ ਸਨ, ਇਸ ਲਈ ਇਹਨਾਂ ਨੂੰ ਮਨੂਸਕ੍ਰਿਪਟ ਵੀ ਕਹਿੰਦੇ ਆ। ਲਾਤੀਨੀ ਸ਼ਬਦ ਆ ਜੀ ਮਨੂਸਕ੍ਰਿਪਟ, ਮਨੂ ਦਾ ਮਤਲਬ ਹੁੰਦਾ ਜੀ ਹੱਥ, ਠੀਕ ਹੈ ਜੀ। ਤੇ ਇਹ ਕਿੱਥੇ ਲਿਖੇ ਜਾਂਦੇ ਸੀ? ਆਮ ਤੌਰ ਤੇ ਇਹ ਪੱਤਿਆਂ ਤੇ ਲਿਖੇ ਜਾਂਦੇ ਸੀ। ਦਰਖਤਾਂ ਦੀਆਂ ਜਿਹੜੀਆਂ ਛਾਲ ਨਹੀਂ ਹੁੰਦੀ, ਬਾਹਰਲੀ ਆਊਟਰ ਲੇਅਰ, ਸੱਕ ਜਿਹੜੇ ਹੁੰਦੇ ਸੁੱਕੇ ਜਿਹੇ ਸੱਕ, ਕੁਝ ਖਾਸ ਪੇੜਾਂ ਦੇ ਤਣਿਆਂ ਨੂੰ ਉੱਤੋਂ ਛਿੱਲ ਕੇ ਸੱਕ ਜਿਹਾ ਲਾ ਲਿਆ ਜਾਂਦਾ ਸੀ, ਤਾਂ ਫਿਰ ਉਹਨਾਂ ਉੱਤੇ ਉਹਨਾਂ ਨੂੰ ਥੋੜ੍ਹਾ ਕੁੱਟ ਕੇ ਪੇਪਰ ਜਿਹਾ ਬਣਾ ਲਿਆ ਜਾਂਦਾ ਸੀ, ਤਾਂ ਉਹਨਾਂ ਉੱਤੇ ਲਿਖਿਆ ਜਾਂਦਾ ਸੀ। ਆਮ ਤੌਰ ਤੇ ਪੱਤਿਆਂ ਤੇ ਜਾਂ ਖਾਸ ਤੌਰ ਤੇ ਤਿਆਰ ਕੀਤੀ ਗਈ ਰੁੱਖ ਦੀ ਸੱਕ ਉੱਤੇ ਲਿਖੇ ਜਾਂਦੇ ਸੀ ਜੀ। ਰੁੱਖ ਦੀ ਸੱਕ, ਮੈਂ ਦੱਸਿਆ ਕਿ ਰੁੱਖ, ਖਾਸ ਪ੍ਰਕਾਰ ਦੇ ਰੁੱਖ, ਉਹਨਾਂ ਦੇ ਤਣੇ ਦੇ ਉੱਤਲੀ ਪਰਤ ਲਾ ਕੇ ਉਹਨੂੰ ਸੱਕ ਜਿਹੇ ਨੂੰ ਲਾ ਕੇ ਉਹਨੂੰ ਕੁੱਟ ਕੇ ਪੇਪਰ ਬਣਾ ਲਿਆ ਤੇ ਉਹਦੇ ਉੱਤੇ ਲਿਖੇ ਜਾਂਦੇ ਸੀ, ਸੱਕ ਤੇ ਜਾਂ ਪੱਤਿਆਂ ਤੇ, ਠੀਕ ਹੈ ਜੀ। ਇਸ ਰੁੱਖ ਨੂੰ ਬਿਰਚ ਵਜੋਂ ਜਾਣਿਆ ਜਾਂਦਾ ਹੈ। ਬਿਰਚ, BIRCH, ਬਿਰਚ, ਅੰਗਰੇਜ਼ੀ ਵਿੱਚ ਇਹਨੂੰ ਕਹਿੰਦੇ ਬਿਰਚ। ਖਾਸ ਰੁੱਖ ਜਿਸ ਦੇ ਤਣੇ ਤੋਂ ਸੱਕ ਬਣਾ ਕੇ ਉਸ ਤੇ ਲਿਖਿਆ ਜਾਂਦਾ ਜੀ, ਸੱਕ ਤੋਂ, ਉਹਨੂੰ ਕਹਿੰਦੇ ਬਿਰਚ। ਅਤੇ ਇਹ ਹਿਮਾਲਿਆ ਵਿੱਚ ਪਾਇਆ ਜਾਂਦਾ ਹੈ। ਇਹ ਬਿਰਚ ਕਿੱਥੇ ਪਾਏ ਜਾਂਦੇ? ਜ਼ਿਆਦਾਤਰ ਹਿਮਾਲਿਆ ਤੇ, ਠੀਕ ਹੈ ਜੀ। ਖਜੂਰ ਦੇ ਪੱਤੇ ਦਾ ਇੱਕ ਹੱਥ ਲਿਖਤ ਪੰਨਾ, ਵੀ ਆ ਇੱਕ ਖਜੂਰ ਦਾ ਪੱਤਾ ਆ ਤੇ ਉਹਨੂੰ ਕੱਟ ਕੇ ਪੇਪਰ ਬਣਾ ਲਿਆ ਗਿਆ ਜੀ, ਤਾਂ ਉਸ ਦੇ ਉੱਤੇ ਹੱਥ ਨਾਲ ਲਿਖਿਆ ਗਿਆ ਆ। ਇਹ ਸਾਨੂੰ ਪੁਰਾਣੇ ਸਮੇਂ ਦਾ ਅਵਸ਼ੇਸ਼ ਮਿਲਿਆ ਆ ਵੀ ਇਸ ਤਰ੍ਹਾਂ ਲਿਖਿਆ ਜਾਂਦਾ ਸੀ। ਹੱਥ ਲਿਖਤ ਨਮੂਨਾ ਹੈ ਜੀ ਇਹ, ਪੇਜ ਆ ਜੀ ਇਹ ਖਜੂਰ ਦਾ ਪੱਤਾ ਆ ਤੇ ਉਹਦੇ ਉੱਤੇ ਲਿਖਿਆ ਹੋਇਆ ਆ। ਇਹ ਦੇਖੋ ਅੱਜ ਤੱਕ ਵੀ ਇਹ ਸਾਂਭੇ ਹੋਏ ਆ। ਇਹ ਹੱਥ ਲਿਖਤ ਲਗਭਗ 1000 ਸਾਲ ਪਹਿਲਾਂ ਲਿਖੀ ਗਈ ਸੀ, ਠੀਕ ਹੈ ਜੀ। ਖਜੂਰ ਦੇ ਪੱਤਿਆਂ ਨੂੰ ਕੱਟ ਕੇ ਪੰਨੇ ਬਣਾ ਲਏ ਜਾਂਦੇ ਸਨ, ਪੇਜ ਬਣਾ ਲਏ, ਫਿਰ ਇਹਨਾਂ ਨੂੰ ਜੋੜ ਕੇ ਕਿਤਾਬ ਤਿਆਰ ਕਰ ਲਈ ਜਾਂਦੀ ਸੀ। ਫਿਰ ਪੰਨਿਆਂ ਨੂੰ ਜੋੜ ਕੇ ਕਿਤਾਬ ਤਿਆਰ ਕਰ ਲਈ। ਇਹ ਮੈਟਰ ਕਿੱਥੋਂ ਲਿਆ ਜੀ? NCERT ਦੀ ਕਿਤਾਬ ਤੋਂ। ਇੱਥੇ ਲਿਖ ਦਿਓ ਜੀ। ਅੱਛਾ, ਅੱਗੇ ਦੇਖਦੇ ਜੀ। ਕਈ ਸਾਲਾਂ ਦੇ ਲੰਮੇ ਸਮੇਂ ਦੌਰਾਨ ਬਹੁਤ ਸਾਰੇ ਹੱਥ ਲਿਖਤ ਖਰੜੇ ਕੀੜੇ ਮਕੌੜੇ ਖਾ ਗਏ, ਕੁਝ ਤਬਾਹ ਹੋ ਗਏ, ਪਰ ਫਿਰ ਵੀ ਬਹੁਤ ਸਾਰੇ ਬਚ ਗਏ। ਕਾਫੀ ਕੁਛ ਲਿਟਰੇਚਰ ਲਿਖਿਆ ਗਿਆ ਹੋਣਾ, ਕਾਫੀ ਗੱਲਾਂ ਲਿਖੀਆਂ ਗਈਆਂ ਹੋਣੀਆਂ, ਪਰ ਕੀ ਹੈ, ਕਿਉਂਕਿ ਇਹ ਕੀ ਹੈ, ਲੱਕੜ, ਤੁਹਾਨੂੰ ਪਤਾ ਲੱਕੜ ਨੂੰ ਘੁਣ ਲੱਗ ਜਾਂਦਾ, ਕੀੜੇ ਮਕੌੜੇ ਲੱਗ ਜਾਂਦੇ ਆ, ਉਹਨਾਂ ਨੇ ਖਾ ਲਏ ਕਈ ਪੇਜ। ਕਈ ਵੈਸੇ ਤਬਾਹ ਹੋ ਗਏ, ਮੰਨ ਲਓ ਕਿਤੇ ਹੜ੍ਹ ਹੁੜ ਆ ਗਿਆ, ਜਾਂ ਵੈਸੇ ਨਾ ਧਿਆਨ ਨਹੀਂ ਕੀਤਾ ਤੇ ਜਾਂ ਦੁਸ਼ਮਣ ਨੇ ਆਕਰਮਣ ਕੀਤਾ, ਅੱਗ ਉੱਗ ਲਾਤੀ, ਤਾਂ ਇਹ ਕੀ ਹੈ, ਤਬਾਹ ਹੋ ਗਏ। ਪਰ ਫਿਰ ਵੀ ਬਹੁਤ ਸਾਰੇ ਬਚ ਗਏ ਤੇ ਅਸੀਂ ਇਹਨਾਂ ਨੂੰ ਪੜ੍ਹ ਕੇ ਉਸ ਸਮੇਂ ਦੀ ਹਿਸਟਰੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਅਕਸਰ ਮੰਦਰਾਂ ਅਤੇ ਮੱਠਾਂ ਵਿੱਚ ਸੁਰੱਖਿਅਤ ਰੱਖੇ ਜਾਂਦੇ ਸਨ। ਮੇਨ ਆਹ ਗੱਲ ਹੋਈ, ਜਿਹੜੇ ਸਾਡੇ ਪੁਰਾਣੇ ਮੰਦਰ ਆ ਤੇ ਮੱਠ ਆ, ਮੱਠ ਕਿਹੜੇ, ਜਿਸ ਤਰ੍ਹਾਂ ਬੋਧੀ ਮੱਠ ਹੋ ਗਏ, ਉਹਨਾਂ ਵਿੱਚ ਇਸ ਤਰ੍ਹਾਂ ਦੇ ਪੇਜ, ਇਸ ਤਰ੍ਹਾਂ ਦੇ ਕਿਤਾਬਾਂ ਕਾਫੀ ਸੁਰੱਖਿਅਤ ਰੱਖੀਆਂ ਜਾਂਦੀਆਂ ਸਨ। ਇਹਨਾਂ ਕਿਤਾਬਾਂ ਵਿੱਚ ਕਈ ਪ੍ਰਕਾਰ ਦੀ ਜਾਣਕਾਰੀ ਹੁੰਦੀ ਹੈ, ਜਿਵੇਂ ਉਸ ਸਮੇਂ ਦਾ ਧਾਰਮਿਕ ਵਿਸ਼ਵਾਸ ਕੀ ਸੀ, ਧਾਰਮਿਕ ਰੀਤਾਂ ਕੀ ਸੀ, ਰਾਜਿਆਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ, ਉਸ ਸਮੇਂ ਵਿੱਚ ਜਿਹੜੀ ਮੈਡੀਸਿਨ ਆ, ਦਵਾਈ ਆ, ਜਿਹੜੀ ਆਪਣੇ ਕਹਿ ਸਕਦੇ ਹਾਂ ਕਿ ਹੈਲਥ ਨਾਲ ਸੰਬੰਧਿਤ, ਸਰੀਰ ਨਾਲ ਸੰਬੰਧਿਤ ਗਿਆਨ, ਉਹ ਕਿਸ ਤਰ੍ਹਾਂ ਦਾ ਸੀ, ਅਤੇ ਵਿਗਿਆਨ,
ਇਹਨਾਂ ਸਭ ਬਾਰੇ ਕੀ ਆ ਜਾਣਕਾਰੀ ਮਿਲਦੀ ਆ ਇਹਨਾਂ ਨੂੰ ਪੜ੍ਹ ਕੇ। ਇਸ ਤੋਂ ਇਲਾਵਾ ਇਹਨਾਂ ਪੱਤਿਆਂ 'ਤੇ ਮਹਾਂਕਾਵ, ਕਵਿਤਾਵਾਂ ਅਤੇ ਨਾਟਕ ਵੀ ਲਿਖੇ ਜਾਂਦੇ ਸਨ। ਠੀਕ ਹੈ ਜੀ। ਇਹਨਾਂ ਵਿੱਚੋਂ ਬਹੁਤ ਸਾਰੇ ਜੋ ਹੈ ਜਿਹੜੇ ਪੱਤੇ ਆ ਉਹਨਾਂ ਉੱਤੇ ਕਿਹੜੀ ਭਾਸ਼ਾ ਲਿਖੀ ਗਈ ਆ? ਸੰਸਕ੍ਰਿਤ ਵਿੱਚ ਲਿਖੇ ਹੋਏ ਹਨ। ਪਰ ਕਈਆਂ 'ਤੇ ਪ੍ਰਾਕ੍ਰਿਤ ਭਾਸ਼ਾ ਵੀ ਹੈ ਜੋ ਕਿ ਉਸ ਸਮੇਂ ਦੀ ਆਮ ਭਾਸ਼ਾ ਸੀ, ਅਤੇ ਕਈਆਂ 'ਤੇ ਤਾਮਿਲ ਵੀ ਲਿਖੀ ਗਈ ਹੈ। ਠੀਕ ਹੈ ਨਾ, ਤਾਮਿਲ ਵੀ ਲਿਖੀ ਗਈ ਹੈ। ਮਤਲਬ ਕਈ ਭਾਸ਼ਾ ਦੇ ਪੱਤੇ ਮਿਲੇ ਹੋਏ ਆ। ਖਾਸ ਤੌਰ 'ਤੇ ਕਿਹੜੇ ਆ? ਸੰਸਕ੍ਰਿਤ, ਕਿਉਂਕਿ ਸੰਸਕ੍ਰਿਤ ਸਾਡੀ ਪੁਰਾਣੀ ਭਾਸ਼ਾ ਆ। ਅਸੀਂ ਸ਼ਿਲਾ ਲੇਖਾਂ ਦਾ ਅਧਿਐਨ ਵੀ ਕਰਦੇ ਹਾਂ। ਅੱਛਾ, ਥੋੜ੍ਹੀ ਆਪਾਂ ਨਾ ਭਾਸ਼ਾ ਬਾਰੇ ਗੱਲ ਕਰ ਲਈਏ। ਤੁਸੀਂ ਧਿਆਨ ਰੱਖਣਾ ਆ, ਇੱਕ ਕਨਸੈਪਟ ਸਮਝਣਾ ਆ ਕਿ ਜਿਹੜੀ ਭਾਸ਼ਾ ਹੁੰਦੀ ਹੈ ਨਾ ਉਹ ਨਿਰੰਤਰ ਚੇਂਜ ਹੁੰਦੀ ਆ। ਅੱਜ ਦੀ ਜੋ ਭਾਸ਼ਾ ਅਸੀਂ ਪੰਜਾਬੀ ਬੋਲਦੇ ਪਏ ਹਾਂ, ਅੱਜ ਤੋਂ 300-400 ਸਾਲ ਬਾਅਦ ਜਿਹੜੀ ਪੰਜਾਬੀ ਬੋਲੀ ਜਾਏਗੀ ਉਹ ਅਲੱਗ ਹੋਵੇਗੀ, ਕਿਉਂਕਿ ਭਾਸ਼ਾ ਹੌਲੀ ਹੌਲੀ ਚੇਂਜ ਹੁੰਦੀ ਰਹਿੰਦੀ, ਬਦਲਦੀ ਰਹਿੰਦੀ ਆ। ਅਤੇ ਪੁਰਾਣੀ ਭਾਸ਼ਾ ਸੀ ਸੰਸਕ੍ਰਿਤ। ਠੀਕ ਹੈ ਜੀ। ਤਾਂ ਲੋਕ ਮੂੰਹਾਂ 'ਤੇ ਭਾਸ਼ਾ ਚੇਂਜ ਹੋ ਗਈ ਤਾਂ ਫਿਰ ਉਹ ਬਣ ਗਈ ਜੀ ਪ੍ਰਾਕ੍ਰਿਤ। ਫਿਰ ਕੁਝ ਸਮੇਂ ਬਾਅਦ ਪ੍ਰਾਕ੍ਰਿਤ ਚੇਂਜ ਹੋ ਗਈ, ਉਹ ਬਣ ਗਏ ਜੀ ਅਪਭ੍ਰੰਸ਼। ਫਿਰ ਕੁਝ ਸਮੇਂ ਬਾਅਦ ਅਪਭ੍ਰੰਸ਼ ਚੇਂਜ ਹੋ ਗਏ, ਬਦਲ ਗਏ, ਤਾਂ ਉਹ ਬਣ ਗਏ ਜੀ ਆਧੁਨਿਕ ਜਿਹੜੀ ਆਰਿਆਈ ਭਾਸ਼ਾ ਬਣ ਗਈਆਂ। ਪੰਜਾਬੀ, ਗੁਜਰਾਤੀ, ਬੰਗਾਲੀ, ਇਹ ਆਧੁਨਿਕ ਆਰਿਆਈ ਭਾਸ਼ਾ ਹੈ ਜੀ। ਅਤੇ ਪੁਰਾਣੀ ਭਾਸ਼ਾ ਸੰਸਕ੍ਰਿਤ, ਉਸ ਤੋਂ ਬਾਅਦ ਪ੍ਰਾਕ੍ਰਿਤਾਂ ਆਈਆਂ, ਉਸ ਤੋਂ ਬਾਅਦ ਅਪਭ੍ਰੰਸ਼, ਅਤੇ ਉਸ ਤੋਂ ਬਾਅਦ ਆਧੁਨਿਕ ਆਰਿਆ ਭਾਸ਼ਾਵਾਂ। ਤਾਂ ਕਹਿਣ ਦਾ ਮਤਲਬ ਸੰਸਕ੍ਰਿਤ ਵਿੱਚ ਵੀ ਲਿਖੇ ਗਏ ਸੀ, ਪ੍ਰਾਕ੍ਰਿਤਾਂ ਵਿੱਚ ਵੀ ਲਿਖੇ ਗਏ ਸੀ, ਤਾਂ ਹੋਰ ਲੋਕਲ ਲੈਂਗੁਏਜ ਜਿਵੇਂ ਤਮਿਲ ਵਿੱਚ ਵੀ ਲਿਖੇ ਗਏ ਸੀ। ਇਹ ਜਿਹੜੇ ਪੱਤਿਆਂ 'ਤੇ ਜਿਹੜੇ ਮੈਨੂਸਕ੍ਰਿਪਟਸ ਆ, ਮੈਨੂਸਕ੍ਰਿਪਟ ਮਤਲਬ ਹੱਥ ਲਿਖਤਾਂ। ਠੀਕ ਹੈ ਜੀ। ਅਤੇ ਮੈਨੂਸਕ੍ਰਿਪਟਾਂ ਦੀ ਗੱਲ ਹੋ ਗਈ। ਅੱਗੇ ਪੜ੍ਹਦੇ ਹਾਂ ਜੀ ਸ਼ਿਲਾ ਲੇਖਾਂ ਦੀ। ਹਿਸਟਰੀ ਜਾਣਨ ਲਈ ਅਸੀਂ ਸ਼ਿਲਾ ਲੇਖਾਂ ਦਾ ਅਧਿਐਨ ਵੀ ਕਰਦੇ ਹਾਂ। ਸ਼ਿਲਾ ਲੇਖ ਕੀ ਹੁੰਦੇ ਆ? ਅਜਿਹੀਆਂ ਲਿਖਤਾਂ ਜੋ ਹਾਰਡ, ਸਖਤ ਸਰਫੇਸ 'ਤੇ ਲਿਖੀਆਂ ਜਾਂਦੀਆਂ, ਜਿਵੇਂ ਕਿਸੇ ਮੈਟਲ ਦੇ ਉੱਤੇ ਜਾਂ ਪੱਥਰਾਂ ਦੇ ਉੱਤੇ, ਉਹਨਾਂ ਨੂੰ ਕਹਿੰਦੇ ਆ ਜੀ ਸ਼ਿਲਾ ਲੇਖ, ਇਨਸਕ੍ਰਿਪਸ਼ਨਸ। ਇਹ ਲਿਖਤਾਂ ਸਖਤ ਸਤਹਾਂ ਜਿਵੇਂ ਪੱਥਰ ਜਾਂ ਧਾਤ 'ਤੇ ਲਿਖੀਆਂ ਜਾਂਦੀਆਂ ਸਨ। ਕਈ ਵਾਰ ਰਾਜੇ ਆਪਣੇ ਹੁਕਮਾਂ ਨੂੰ ਇਸ ਤਰ੍ਹਾਂ ਲਿਖਵਾਉਂਦੇ ਸਨ ਤਾਂ ਜੋ ਆਮ ਲੋਕ ਉਹਨਾਂ ਨੂੰ ਦੇਖ, ਪੜ੍ਹ ਅਤੇ ਪਾਲਣ ਕਰ ਸਕਣ। ਕਈ ਵਾਰ ਰਾਜੇ ਕੀ ਕਰਦੇ ਸੀ, ਇੱਕ ਪਿੱਲਰ ਕੱਢਤਾ, ਉਸ ਪਿੱਲਰ 'ਤੇ ਆਪਣਾ ਹੁਕਮ ਲਿਖਵਾ ਦਿੱਤਾ ਵੀ ਇਹ ਮੇਰੀ ਜਨਤਾ, ਤੁਸੀਂ ਆਹ ਕੰਮ ਕਰਨੇ ਆ, ਆਹ ਕੰਮ ਨਹੀਂ ਕਰਨੇ। ਅਤੇ ਕਿਉਂਕਿ ਇਹ ਨਾ ਹਾਰਡ ਸਰਫੇਸ 'ਤੇ ਲਿਖਿਆ ਆ ਅਤੇ ਉੱਕਰੇ ਹੋਏ ਹੁੰਦੇ ਸੀ ਅੱਖਰ, ਇਸ ਕਰਕੇ ਮੀਂਹ, ਕਣੀ ਜਾਂ ਧੁੱਪ, ਹਨੇਰੀ ਨਾਲ ਇਹ ਨਸ਼ਟ ਨਹੀਂ ਸੀ ਹੁੰਦੇ। ਅਤੇ ਅੱਜ ਵੀ ਇਹ ਸ਼ਿਲਾਲੇਖ ਪਾਏ ਗਏ ਆ, ਅਸੀਂ ਇਹਨਾਂ ਨੂੰ ਪੜ੍ਹ ਸਕਦੇ ਹਾਂ। ਅੱਖਰ ਉੱਤੇ ਲਿਖੇ ਹੋਏ ਆ। ਤੁਸੀਂ ਜਦੋਂ ਜਾਂਦੇ ਕਿਸੇ ਹਿਸਟੋਰੀਕਲ ਪਲੇਸ 'ਤੇ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਨੋਟ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਬਾਈ ਚਾਂਸ ਤੁਸੀਂ ਕੁਤਬ ਮੀਨਾਰ ਗਏ ਆ, ਤੁਸੀਂ ਦੇਖੋਗੇ ਵੀ ਉਹਦੀਆਂ ਪਹਿਲੀਆਂ ਦੂਜੀਆਂ ਮੰਜ਼ਿਲਾਂ 'ਤੇ ਵੀ ਕੁਛ ਲਿਖਿਆ ਆ, ਅਤੇ ਉਹਦੇ ਲਾਗੇ ਜਿਹੜਾ ਮਹਿਰੌਲੀ ਪਿੱਲਰ ਆ ਉਸ 'ਤੇ ਵੀ ਕੁਛ ਉੱਕਰਿਆ ਹੋਇਆ ਆ। ਇਸ ਤਰ੍ਹਾਂ ਗੱਲਾਂ ਨੋਟ ਕਰਨ ਦੀ ਕੋਸ਼ਿਸ਼ ਕਰਿਓ। ਸ਼ਿਲਾਲੇਖ, ਠੀਕ ਹੈ ਜੀ। ਅਤੇ ਕਈ ਵਾਰ ਰਾਜੇ ਇਸ ਤਰ੍ਹਾਂ ਆਪਣੇ ਹੁਕਮਾਂ ਨੂੰ ਸ਼ਿਲਾਲੇਖਾਂ ਉੱਤੇ ਲਿਖ ਕੇ ਗੱਡ ਦਿੰਦੇ ਸੀ। ਇਹ ਥੰਮਾਂ ਦੇ ਉੱਤੇ ਲਿਖ ਕੇ ਗੱਡ ਦਿੰਦੇ ਸੀ ਤਾਂ ਕਿ ਆਮ ਜਨਤਾ ਉਹਨਾਂ ਨੂੰ ਦੇਖ, ਪੜ੍ਹ ਅਤੇ ਪਾਲਣ ਕਰ ਸਕੇ। ਉੱਥੇ ਹੋਰ ਕਿਸਮ ਦੇ ਸ਼ਿਲਾਲੇਖ ਵੀ ਹਨ ਜਿੱਥੇ ਪੁਰਸ਼ ਅਤੇ ਔਰਤਾਂ, ਰਾਜਿਆਂ ਅਤੇ ਰਾਣੀਆਂ ਸਮੇਤ ਉਹਨਾਂ ਦੁਆਰਾ ਕੀਤੇ ਕੰਮਾਂ ਨੂੰ ਦਰਜ ਕੀਤਾ ਜਾਂਦਾ ਸੀ। ਮੰਨ ਲਓ ਕਿਸੇ ਬੰਦੇ ਨੇ ਕੋਈ ਮਹਾਨ ਕੰਮ ਕੀਤਾ ਆ ਤਾਂ ਉਹ ਕੀ ਕਰਦਾ ਸੀ, ਆਪਣੇ ਕੰਮਾਂ ਨੂੰ ਇਸ ਤਰ੍ਹਾਂ ਸ਼ਿਲਾਲੇਖਾਂ ਉੱਤੇ ਦਰਜ ਕਰ ਦਿੰਦੇ ਸੀ ਵੀ ਹਾਂ ਵੀ ਆਹ ਚੀਜ਼ ਮੈਂ ਦਾਨ ਕੀਤੀ ਆ। ਜਾਂ ਕਿਸੇ ਦਰਬਾਰੀ ਕਵੀ ਨੇ ਆਪਣੇ ਰਾਜੇ ਬਾਰੇ ਮਹਾਨਤਾ ਦੱਸਦੇ ਹੋਏ ਗੱਲਾਂ ਲਿਖਤੀਆਂ, ਜਿਸ ਤਰ੍ਹਾਂ ਸਮੁੰਦਰ ਗੁਪਤ ਬਾਰੇ ਉਹਦੇ ਦਰਬਾਰੀ ਕਵੀ ਹਰੀ ਸੇਨ ਨੇ ਗੱਲਾਂ ਲਿਖੀਆਂ ਇਲਾਹਾਬਾਦ ਪਿੱਲਰ 'ਤੇ। ਇਸ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ ਸੀ ਅਤੇ ਸਾਨੂੰ ਉਹ ਪੜ੍ਹ ਕੇ ਸਾਨੂੰ ਪਤਾ ਲੱਗ ਜਾਂਦਾ ਵੀ ਹਾਂ ਵੀ ਕੀ ਹਿਸਟਰੀ ਹੋਵੇਗੀ, ਕੀ ਗੱਲਾਂ ਸੀ ਉਸ ਸਮੇਂ ਵਿੱਚ। ਜ਼ਿਆਦਾਤਰ ਸਾਨੂੰ ਸ਼ਿਲਾਲੇਖਾਂ ਤੋਂ ਕਾਫੀ ਚੀਜ਼ਾਂ ਮਿਲੀਆਂ, ਉਸ ਸਮੇਂ ਬਾਰੇ ਕਾਫੀ ਗੱਲਾਂ ਸ਼ਿਲਾਲੇਖਾਂ ਤੋਂ ਮਿਲੀਆਂ। ਉਦਾਹਰਨ ਦੇਖ ਲਓ ਜੀ, ਇੱਕ ਪੁਰਾਣਾ ਸ਼ਿਲਾਲੇਖ ਆ, ਪੁਰਾਣਾ ਸ਼ਿਲਾਲੇਖ ਆ ਦੇਖੋ, ਇਹ ਤੁਹਾਡੇ ਨਾਰਥ ਵੈਸਟ ਅਫਗਾਨਿਸਤਾਨ ਸਾਈਡ ਆ ਪਾਇਆ ਗਿਆ ਸੀ। ਇਹ ਵੀ ਬੇਸਿਕਲੀ ਵੈਸੇ ਅਸ਼ੋਕਾ ਨੇ ਹੀ ਗੱਡੇ ਸੀ। ਅਸ਼ੋਕਾ ਨੇ ਪੱਥਰਾਂ 'ਤੇ, ਮੈਟਲ 'ਤੇ ਲਿਖਵਾ ਕੇ ਨਾ ਆਪਣੇ ਸੰਦੇਸ਼ ਜਿਹੜੇ ਥਾਂ ਗੱਡੇ ਸੀ। ਹੁਣ ਇਹ ਸ਼ਿਲਾਲੇਖ ਨੂੰ ਜਦੋਂ ਪੜ੍ਹਦੇ ਹਾਂ ਤਾਂ ਪਾਉਂਦੇ ਹਾਂ ਕਿ ਇੱਥੇ ਅਲੱਗ-ਅਲੱਗ ਭਾਸ਼ਾਵਾਂ ਆ। ਇੱਕੋ ਹੀ ਸ਼ਿਲਾਲੇਖ 'ਤੇ, ਇੱਕੋ ਹੀ ਪਿੱਲਰ 'ਤੇ, ਇੱਕੋ ਹੀ ਥੰਮ 'ਤੇ ਨਾ ਜਾਂ ਇੱਕੋ ਹੀ ਪੱਥਰ 'ਤੇ ਅਲੱਗ-ਅਲੱਗ ਭਾਸ਼ਾਵਾਂ ਵਿੱਚ ਆਪਣਾ ਸੰਦੇਸ਼ ਲਿਖਵਾਇਆ ਗਿਆ ਸੀ ਅਤੇ ਉਹਨਾਂ ਭਾਸ਼ਾਵਾਂ ਨੂੰ ਲਿਖਣ ਲਈ ਲਿਪੀਆਂ ਵੀ ਅਲੱਗ-ਅਲੱਗ ਵਰਤੀਆਂ ਗਈਆਂ ਸੀ। ਠੀਕ ਹੈ ਨਾ। ਇਹਨਾਂ ਵਿੱਚ ਤੁਸੀਂ ਯੂਨਾਨੀ ਭਾਸ਼ਾ ਦੇਖ ਸਕਦੇ ਹਾਂ, ਅਰਾਮਿਕ ਭਾਸ਼ਾ ਦੇਖ ਸਕਦੇ ਹਾਂ,
ਖਰੋਸ਼ਟੀ ਸਕ੍ਰਿਪਟ ਦੇਖ ਸਕਦੇ ਹਾਂ ਜੋ ਕਿ ਈਰਾਨੀ ਸਾਈਡ ਦੀ ਸੀ, ਤੇ ਆਪਣੀ ਬ੍ਰਹਮੀ ਲਿਪੀ ਤਾਂ ਚਲੋ ਸੀ ਜੋ ਵੀ ਹੈ, ਇੰਡੀਆ ਦੀ ਲਿਪੀਆਂ ਤਾਂ ਸੀਗੀਆਂ। ਬਾਹਰਲੇ ਦੇਸ਼ਾਂ ਦੀਆਂ ਲਿਪੀਆਂ ਵੀ ਇੱਥੇ ਦੇਖ ਸਕਦੇ ਤੁਸੀਂ। ਬਸ ਹੁਣ ਇਹੀ ਗੱਲਾਂ ਅਸੀਂ ਪੜ੍ਹ ਲੈਂਦੇ ਜੀ। ਜੋ ਅਸੀਂ ਫੋਟੋ ਦੇਖੀ ਆ ਉਸ ਬਾਰੇ ਗੱਲਾਂ ਜੀ। ਇਹ ਸ਼ਿਲਾਲੇਖ ਮਿਤੀ ਲਗਭਗ 2250 ਸਾਲ ਪਹਿਲਾਂ ਕੰਧਾਰ ਅਜੋਕਾ ਅਫਗਾਨਿਸਤਾਨ ਵਿੱਚ ਪਾਇਆ ਗਿਆ ਸੀ। ਇਹ ਸਮਰਾਟ ਅਸ਼ੋਕ ਦੀਆਂ ਹਦਾਇਤਾਂ ਸਨ। ਸਮਰਾਟ ਅਸ਼ੋਕ ਨੇ ਹਦਾਇਤਾਂ ਜਾਰੀ ਕੀਤੀਆਂ ਸੀ ਕਿ ਮੇਰੀ ਜਨਤਾ ਆਹ ਕੰਮ ਕਰਨੇ ਆ, ਆਹ ਕੰਮ ਨਹੀਂ ਕਰਨੇ। ਇਹ ਵੀ ਇੱਕ ਕੀ ਆ, ਇੰਸਟਰਕਸ਼ਨ ਆ, ਹਦਾਇਤਾਂ ਅਸ਼ੋਕ ਦੁਆਰਾ, ਸਮਰਾਟ ਅਸ਼ੋਕ। ਜਦੋਂ ਅਸੀਂ ਕੁਝ ਵੀ ਲਿਖਦੇ ਹਾਂ ਤਾਂ ਅਸੀਂ ਇੱਕ ਲਿਪੀ ਦੀ ਵਰਤੋਂ ਕਰਦੇ ਹਾਂ। ਜਿਸ ਵਿੱਚ ਲਿਖਿਆ ਗਿਆ ਉਹਨੂੰ ਕਹਿੰਦੇ ਜੀ ਲਿਪੀ। ਹੁਣ ਅਸੀਂ ਆਹ ਲਿਖਿਆ ਗੱਲਾਂ ਪੰਜਾਬੀ ਵਿੱਚ, ਪੰਜਾਬੀ ਹੋ ਗਈ ਭਾਸ਼ਾ, ਤਾਂ ਜਿਸ ਵਿੱਚ ਲਿਖਿਆ ਗਿਆ ਉਹ ਹੈ ਜੀ ਲਿਪੀ। ਇਹ ਸਾਡੀ ਹੈ ਜੀ ਗੁਰਮੁਖੀ ਲਿਪੀ। ਠੀਕ ਹੈ। ਲਿਖਣ ਲਈ ਜੋ ਚਿੰਨ੍ਹ ਵਰਤਦੇ ਹਾਂ ਅਸੀਂ ਉਹਨੂੰ ਕਹਿੰਦੇ ਹਾਂ ਲਿਪੀ, ਤਾਂ ਜੋ ਬੋਲਦੇ ਹਾਂ ਅਸੀਂ ਉਹਨੂੰ ਕਹਿੰਦੇ ਆ ਜੀ ਭਾਸ਼ਾ। ਲਿਪੀਆਂ ਵਿੱਚ ਅੱਖਰ ਜਾਂ ਚਿੰਨ੍ਹ ਸ਼ਾਮਿਲ ਹੁੰਦੇ ਹਨ, ਜਿਨ੍ਹਾਂ ਚਿੰਨ੍ਹਾਂ ਜਾਂ ਅੱਖਰਾਂ ਦੁਆਰਾ ਅਸੀਂ ਆਪਣੀ ਗੱਲ ਕਹਿੰਦੇ ਹਾਂ, ਲਿਖਦੇ ਹਾਂ। ਲਿਖਣ ਲਈ ਕੀ ਵਰਤੀ ਗਈ? ਲਿਪੀ। ਆਹ ਸਾਡੀ ਕਿਹੜੀ ਲਿਪੀ ਹੈ? ਇਹ ਗੁਰਮੁਖੀ ਲਿਪੀ। ਜਦੋਂ ਅਸੀਂ ਕੁਝ ਪੜ੍ਹਦੇ ਹਾਂ ਜਾਂ ਬੋਲਦੇ ਹਾਂ ਤਾਂ ਅਸੀਂ ਭਾਸ਼ਾ ਦੀ ਵਰਤੋਂ ਕਰਦੇ ਹਾਂ। ਹੁਣ ਅਸੀਂ ਗੱਲਾਂ ਕਿਹੜੀ ਭਾਸ਼ਾ ਵਿੱਚ ਕਰਦੇ ਪਏ ਹਾਂ? ਪੰਜਾਬੀ ਭਾਸ਼ਾ ਵਿੱਚ। ਆਹ ਮੈਟਰ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਆ? ਜੋ ਤੁਸੀਂ ਪੜ੍ਹਦੇ ਪਏ ਹੋ ਪੰਜਾਬੀ ਭਾਸ਼ਾ ਵਿੱਚ। ਠੀਕ ਹੈ ਜੀ। ਭਾਸ਼ਾ ਅਤੇ ਲਿਪੀ ਵਿੱਚ ਇਹ ਫਰਕ ਹੁੰਦਾ। ਇਹ ਸ਼ਿਲਾਲੇਖ, ਆਹ ਵਾਲਾ ਸ਼ਿਲਾਲੇਖ, ਇਸ ਸ਼ਿਲਾਲੇਖ ਦੀ ਗੱਲ ਹੋ ਰਹੀ ਹੈ, ਇਨਸਕ੍ਰਿਪਸ਼ਨ ਦੀ ਗੱਲ ਹੋ ਰਹੀ ਹੈ। ਇਹ ਦੋ ਵੱਖ-ਵੱਖ ਲਿਪੀਆਂ ਅਤੇ ਭਾਸ਼ਾਵਾਂ, ਕਿਹੜੀ ਭਾਸ਼ਾਵਾਂ? ਯੂਨਾਨੀ ਅਤੇ ਅਰਮਿਕ, ਯੂਨਾਨੀ ਅਤੇ ਅਰੈਮਿਕ ਵਿੱਚ ਲਿਖਿਆ ਗਿਆ ਸੀ, ਜੋ ਇਸ ਖੇਤਰ ਵਿੱਚ ਵਰਤੀਆਂ ਜਾਂਦੀਆਂ ਸਨ। ਇਹ ਵੀ ਇੰਟਰਸਟਿੰਗ ਗੱਲ ਆ। ਜਦੋਂ ਸਮਰਾਟ ਅਸ਼ੋਕ ਨੇ ਆਪਣੇ ਸੰਦੇਸ਼ ਲਿਖੇ ਨਾ, ਤਾਂ ਉਸ ਨੇ ਏਰੀਏ ਦੇ ਹਿਸਾਬ ਨਾਲ, ਖੇਤਰ ਦੇ ਹਿਸਾਬ ਨਾਲ ਬੋਲੀ ਤੇ ਲਿਪੀ ਦਾ ਪ੍ਰਯੋਗ ਕੀਤਾ। ਜੇ ਅਫਗਾਨਿਸਤਾਨ ਸਾਈਡ ਆ ਤੇ ਉੱਥੇ ਯੂਨਾਨੀ ਤੇ ਅਰੈਮਿਕ ਭਾਸ਼ਾ ਵਰਤੀਆਂ ਜਾਂਦੀਆਂ ਸਨ, ਤੇ ਉਸਨੇ ਉਹੀ ਭਾਸ਼ਾਵਾਂ ਲਿਖੀਆਂ। ਠੀਕ ਹੈ ਨਾ। ਤੇ ਜੋ ਉਹਨਾਂ ਲਈ ਵਰਤੀ ਜਾਂਦੀ, ਜੋ ਉੱਥੇ ਦੀ ਲਿਪੀ ਸੀ ਫੇਮਸ, ਜਿਸ ਤਰ੍ਹਾਂ ਖਰੋਸ਼ਟੀ ਸਕ੍ਰਿਪਟ ਆ, ਉਹ ਵਰਤੀ ਗਈ। ਤਾਂ ਕਹਿਣ ਦਾ ਭਾਵ ਇਹ ਅਸ਼ੋਕ ਦੀ ਖਾਸੀਅਤ ਆ ਕਿ ਉਸਨੇ ਭਾਸ਼ਾ ਦਾ ਤੇ ਲਿਪੀ ਦਾ ਵੀ ਉਪਯੋਗ ਉਸ ਹਿਸਾਬ ਨਾਲ ਕੀਤਾ ਜੋ ਆਮ ਜਨਤਾ ਨੂੰ ਸਮਝ ਲੱਗ ਸਕੇ, ਜੋ ਆਮ ਜਨਤਾ ਵਿੱਚ ਪ੍ਰਚਲਿਤ ਸੀ ਉਸ ਖੇਤਰ ਵਿੱਚ। ਠੀਕ ਹੈ ਜੀ। ਤੇ ਬਾਕੀ ਨੈਕਸਟ ਕਲਾਸ ਵਿੱਚ ਪੜ੍ਹਦੇ ਹਾਂ। ਅੱਜ ਲਈ ਇੰਨਾ ਹੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।